ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਘੱਟ ਤਨਖਾਹ ਵਾਲੇ ਕਰਮਚਾਰੀਆਂ ਲਈ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸੂਬੇ ਦੇ ਲੇਬਰ ਮਿਨਿਸਟਰ ਹੈਰੀ ਬੈਂਸ ਨੇ ਐਲਾਨ ਕੀਤਾ ਕਿ 1 ਜੂਨ 2022 ਤੋਂ ਮਿਨੀਮਮ ਵੇਜ $15.20 ਤੋਂ ਵਧਾ ਕੇ $15.65 ਕਰ ਦਿੱਤੀ ਜਾਏਗੀ। ਦੱਸ ਦਈਏ ਕਿ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨੀਮਮ ਵੇਜ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈ। ਪੇਸ਼ ਹੈ ਇੱਕ ਖਾਸ ਮੁਲਾਕਾਤ ਲੇਬਰ ਮਿਨਿਸਟਰ ਹੈਰੀ ਬੈਂਸ ਦੇ ਨਾਲ। BC सूबे ਦੇ ਵਿੱਚ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਮਿਡ 2022 ਦੇ ਵਿੱਚ। ਮੇਰੇ ਨਾਲ ਇਸ ਵੇਲੇ ਹਨ ਆਨਰੇਬਲ ਮਿਨਿਸਟਰ ਆਫ ਲੇਬਰ ਆਨਰੇਬਲ ਹੈਰੀ ਬੈਂਸ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਮੈਨੂੰ ਇਸ ਗੱਲ ਦਾ ਖੁਸ਼ੀ ਆ ਅਨਾਉਂਸ ਕਰਦੇ ਹਾਂ ਕਿ ਅਸੀਂ ਜਿਹੜਾ ਸਾਡਾ BC ਦਾ ਮਿਨੀਮਮ ਵੇਜ ਜਿਹੜਾ ਅੱਜ ਵੀ ਸਾਰੇ ਸੂਬਿਆਂ ਨਾਲੋਂ ਵੱਧ ਆ ਕੈਨੇਡਾ ਦੇ ਵਿੱਚ, ਉਹਨੂੰ ਅਸੀਂ ਜੂਨ 1 ਤੋਂ ਵਧਾ ਕੇ $15.65 ਕਰ ਰਹੇ ਹਾਂ। ਉਹ ਅਸੀਂ ਕਿਸ ਤਰ੍ਹਾਂ ਸਵਾਲ ਕੋਈ ਉਠਾ ਸਕਦਾ ਵੀ ਕਿਸ ਤਰ੍ਹਾਂ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ। ਜਦੋਂ ਫੇਅਰ ਵੇਜਸ ਕਮਿਸ਼ਨ ਬਿਠਾਇਆ ਸੀਗਾ, ਉਹਨਾਂ ਦੀ ਰਿਪੋਰਟ ਆਈ ਕਿ 4 ਸਾਲ ਦੇ ਵਿੱਚ ਗ੍ਰੈਜੂਅਲੀ ਤੁਸੀਂ ਹਰੇਕ ਸਾਲ ਮਿਨੀਮਮ ਵੇਜ ਵਧਾਓ, ਕਿਉਂਕਿ ਉਸ ਵੇਲੇ ਵਨ ਆਫ ਦਾ ਲੋਐਸਟ ਮਿਨੀਮਮ ਵੇਜ ਸੀ ਸਾਡੀ BC ਦੀ ਬਾਕੀ ਸੂਬਿਆਂ ਦੇ ਮੁਤਾਬਕ। ਹੁਣ ਸਾਡੀ ਮਿਨੀਮਮ ਵੇਜ ਉਹ ਕਹਿੰਦੇ ਸੀ ਨਾਲ ਵੀ ਜਦੋਂ $15 ਤੁਸੀਂ ਪਹੁੰਚ ਗਏ ਉਸ ਤੋਂ ਬਾਅਦ ਇਹਨੂੰ ਤੁਸੀਂ ਇਨਫਲੇਸ਼ਨ ਦੇ ਰੇਟ ਨਾਲ ਅਟੈਚ ਕਰ ਦਿਓ, ਤਾਂ ਕਿ ਜਿਹੜੇ ਬਿਜ਼ਨੈਸਿਸ ਹੈਗੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਗ੍ਰੈਜੂਅਲ ਪ੍ਰੈਡਿਕਟੇਬਲ ਜਿਹੜਾ ਉਹਨਾਂ ਦਾ ਇਨਕਰੀਜ਼ ਆ ਆਉਣ ਵਾਲੇ ਸਾਲਾਂ ਦੇ ਵਿੱਚ ਇਨਫਲੇਸ਼ਨ ਦੇ ਮੁਤਾਬਕ ਉਹਨਾਂ ਦਾ ਵੱਧਦਾ ਰਹੇਗਾ ਅਤੇ ਉਹਨਾਂ ਨੂੰ ਉਹ ਆਪਣੀ ਜਿਹੜੀ ਆਪਣੇ ਬਜਟ ਹੈਗੇ ਉਹਨੂੰ ਪਲਾਨ ਕਰ ਸਕਣਗੇ। ਨਾਲ ਦੀ ਨਾਲ ਜਿਹੜੇ ਵਰਕਰ ਹੈਗੇ ਆ ਉਹ ਵੀ ਰੇਟ ਆਫ ਇਨਫਲੇਸ਼ਨ ਦੇ ਨਾਲ ਉੱਪਰ ਜਾਂਦੇ ਰਹਿਣਗੇ। ਸੋ ਅਸੀਂ ਪਿਛਲੇ ਸਾਲ ਜਿਹੜਾ BC ਦਾ ਐਵਰੇਜ ਜਿਹੜਾ ਰੇਟ ਆਫ ਇਨਫਲੇਸ਼ਨ ਸੀ ਉਹ 2.8% ਸੀ ਸਟੈਟਿਸਟਿਕ ਕੈਨੇਡਾ ਦੇ ਮੁਤਾਬਕ। ਅਸੀਂ ਉਹ ਲਾਗੂ ਕਰਕੇ $15.20 ਤੋਂ ਵਧਾ ਕੇ $15.65 ਪਰ ਘੰਟਾ ਅਸੀਂ ਜੂਨ 1 ਤੋਂ ਮਿਨੀਮਮ ਵੇਜ BC ਦਾ ਵਧਾ ਰਹੇ ਹਾਂ। ਬਹੁਤ ਵਧੀਆ ਗੱਲ ਹੈ, ਕਿਉਂਕਿ ਮਹਿੰਗਾਈ ਕਾਫੀ ਵੱਧਦੀ ਜਾ ਰਹੀ। ਬੈਂਸ ਸਾਹਿਬ, ਤੁਸੀਂ 45 ਸੈਂਟਸ ਦਾ ਰੇਜ਼ ਕਿਹੜਾ ਵਾ ਮਿਡ 22 ਤੋਂ ਵਧਾ ਰਹੇ ਹੋ, ਪਰ ਇਹਦੇ ਨਾਲ ਬਿਜ਼ਨਸ ਜਿਹੜੇ ਸਮਾਲ ਬਿਜ਼ਨਸ ਹੈਗੇ ਉਹ ਨਹੀਂ ਇੰਪੈਕਟ ਹੋਣਗੇ? ਦੇਖੋ, ਮੈਂ ਤਾਂ ਹੀ ਤੁਹਾਨੂੰ ਦੱਸਦਾ ਕਿ ਫੇਅਰ ਵੇਜਸ ਕਮਿਸ਼ਨ ਨੇ ਸਮਾਲ ਬਿਜ਼ਨਸ ਦੀ ਗੱਲ ਸੁਣੀ, ਵਰਕਰਾਂ ਦੀ ਗੱਲ ਸੁਣੀ, ਉਹਨਾਂ ਨੇ ਆਪਣੀ ਰਿਸਰਚ ਕੀਤੀ। ਫੇਅਰ ਵੇਜਸ ਕਮਿਸ਼ਨ ਦੇ ਜਿਹੜੇ ਮੈਂਬਰ ਕੌਣ ਆ? ਜਿਹੜੇ BC ਬਿਜ਼ਨਸ ਕਾਉਂਸਲ ਦੇ ਚੀਫ ਇਕੋਨਮਿਸਟ ਆ ਉਹ ਉਹਦੇ 'ਤੇ ਬੈਠੇ ਆ, ਇੱਕ ਸਾਡੇ ਵਰਕਰ ਦੇ ਰੈਪਰੈਜ਼ੈਂਟੇਟਿਵ ਉੱਤੇ ਬੈਠੇ ਆ, ਇੱਕ UBC ਦੇ ਪ੍ਰੋਫੈਸਰ ਬੈਠੇ ਆ ਜਿਹੜੇ ਉਹਨੂੰ ਚੇਅਰ ਕਰ ਰਹੇ ਆ। ਉਹਨਾਂ ਨੇ ਆਪਣੀ ਰਿਸਰਚ ਕਰਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਇਸ ਨਤੀਜੇ 'ਤੇ ਪਹੁੰਚੇ ਕਿ ਬਿਜ਼ਨਸ ਕੀ ਚਾਹੁੰਦੇ ਆ। ਬਿਜ਼ਨਸ ਚਾਹੁੰਦੇ ਆ ਕਿ ਸਾਨੂੰ ਸਰਟਨਟੀ ਹੋਵੇ ਕਿ ਸਾਡਾ ਇਨਕਰੀਜ਼ ਜਿਹੜਾ ਸਾਡਾ ਲੇਬਰ ਕਾਸਟ ਆ ਉਹ ਈਅਰ ਪਰ ਈਅਰ ਕਿੰਨਾ ਹੋਏਗਾ, ਤਾਂ ਕਿ ਉਹ ਉਹਨੂੰ ਪਲਾਨ ਕਰ ਸਕਣ। ਸੋ ਉਹਦੇ ਮੁਤਾਬਕ ਅਸੀਂ ਸਾਰਾ ਕੁਝ ਜਿਹੜੀਆਂ ਰੈਕਮੈਂਡੇਸ਼ਨ ਲਾਗੂ ਕੀਤੀਆਂ। ਆਹ ਵੀ ਉਹਨਾਂ ਦੀ ਇੱਕ ਰੈਕਮੈਂਡੇਸ਼ਨ ਸੀ ਕਿ ਜਦੋਂ $15 ਤੱਕ ਤੁਸੀਂ ਪਹੁੰਚ ਗਏ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਰੇਟ ਆਫ ਇਨਫਲੇਸ਼ਨ ਹੋਏਗਾ ਉਹਦੇ ਮੁਤਾਬਕ ਰੇਟ ਵਧਾਇਆ ਕਰੋ, ਔਰ ਉਹਦੇ ਨਾਲ ਸਮਾਲ ਬਿਜ਼ਨਸ ਵੀ ਹਰਟ ਨਹੀਂ ਹੋਣਗੇ ਅਤੇ ਪਰ ਵਰਕਰ ਵੀ ਇਨਫਲੇਸ਼ਨ ਦੀ ਜਿਹੜੀ ਕਾਸਟ ਹੈਗੀ ਆ ਉਹਨਾਂ ਦੀ ਲਿਵਿੰਗ ਕਾਸਟ ਉਹਦੇ ਨਾਲ ਚੱਲ ਸਕਣਗੇ। ਬੈਂਸ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ BC NDP ਸਰਕਾਰ ਹੋਂਦ ਵਿੱਚ ਆਈ BC ਦੇ ਵਿੱਚ ਤਾਂ ਇਹ ਰੈਗੂਲਰੀ ਵੇਜਸ ਵਧਾਉਂਦੇ ਰਹੇ, ਪਰ ਜਿੱਦਾਂ ਮਹਿੰਗਾਈ ਵੱਧ ਰਹੀ ਆ, ਖਾਸ ਕਰਕੇ ਜਿਹੜੇ ਵੈਨਕੂਵਰ ਡਾਊਨਟਾਊਨ ਵਿੱਚ ਰਹਿੰਦੇ ਲੋਕ ਨੇ ਉਹਨਾਂ ਦੇ ਲਈ ਤਾਂ ਉਹ ਕਹਿੰਦੇ ਬਹੁਤ ਹਾਰਡ ਹੈ, ਉੱਥੇ ਰੈਂਟ ਬਹੁਤ ਹਾਈ ਆ। ਈਵਨ ਹੁਣ ਸਰੀ ਦੇ ਵਿੱਚ ਵੀ ਕਾਫੀ ਮਹਿੰਗਾਈ ਹੋ ਗਈ ਆ। ਕੀ ਇਹ ਮਿਨੀਮਮ ਵੇਜ $20 ਪ੍ਰਤੀ ਘੰਟਾ ਨਹੀਂ ਹੋਣੀ ਚਾਹੀਦੀ? ਦੇਖੋ, ਜਿਹੜਾ ਫੇਅਰ ਵੇਜਸ ਕਮਿਸ਼ਨ ਸੀ, ਪਹਿਲੀ ਤਾਂ ਗੱਲ ਅਸੀਂ ਉਹਨਾਂ ਦੀਆਂ ਜਿਹੜੀਆਂ ਰੈਕਮੈਂਡੇਸ਼ਨ ਫਾਲੋ ਕਰ ਰਹੇ ਹਾਂ, ਪਰ ਉਹਨਾਂ ਦਾ ਇੱਕ ਲਾਸਟ ਕੰਮ ਉਹਨਾਂ ਨੂੰ ਅਸੀਂ ਇੱਕ ਹੋਰ ਦਿੱਤਾ ਹੋਇਆ ਕਿ ਜਿਹੜੀ ਲਿਵਿੰਗ ਵੇਜ ਆ ਅਤੇ ਮਿਨੀਮਮ ਵੇਜ ਦਾ ਜਿਹੜਾ ਫਰਕ ਆ ਉਹ ਅਸੀਂ ਕਿਸ ਤਰ੍ਹਾਂ ਉਹਨੂੰ ਮੈਨੇਜ ਕਰੀਏ। ਉਹਦੀ ਰਿਪੋਰਟ ਸਾਨੂੰ ਆਉਣ ਵਾਲੀ ਹੈਗੀ ਆ। ਜਦੋਂ ਉਹ ਰਿਪੋਰਟ ਆਈ, ਕਿਉਂਕਿ ਇਹ ਬੜਾ ਕੰਪਲੀਕੇਟਡ ਸਿਚੁਏਸ਼ਨ ਹੈਗੀ, ਕਿਉਂਕਿ ਲੋਅਰ ਮੇਨਲੈਂਡ ਦੇ ਵਿੱਚ ਲਿਵਿੰਗ ਵੇਜ ਕਾਫੀ ਜ਼ਿਆਦਾ, ਛੋਟੇ ਟਾਊਨ ਜੇ ਰੂਰਲ BC ਵਿੱਚ ਚਲੇ ਜਾਓ ਉਹਨਾਂ ਦੀ ਜਿਹੜੀ ਲਿਵਿੰਗ ਵੇਜ ਕਾਫੀ ਘੱਟ ਹੋਏਗੀ ਇਹਦੇ ਨਾਲੋਂ। ਸੋ ਉਹ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਇਕੋਨਮੀ 'ਤੇ ਕੀ ਅਸਰ ਹੋਏਗਾ, ਵਰਕਰਾਂ ਨੂੰ ਕੀ ਫਾਇਦਾ ਹੋਏਗਾ, ਕਿਹੜੀ ਬੈਲੈਂਸ ਅਪਰੋਚ ਹੋਏਗੀ, ਅਤੇ ਉਹਦੇ ਮੁਤਾਬਕ ਜਿਹੜੀ ਉਹਨਾਂ ਦੀ ਰੈਕਮੈਂਡੇਸ਼ਨ ਆਏਗੀ ਉਹਦੇ 'ਤੇ ਅਸੀਂ ਫਿਰ ਉਸ ਵੇਲੇ ਗੱਲ ਕਰਾਂਗੇ। ਇੱਕ ਇਸ਼ੂ ਜਿਹੜਾ ਕਿਉਂਕਿ ਤੁਸੀਂ ਮਿਨਿਸਟਰ ਹੋ, ਲੇਬਰ ਮਿਨਿਸਟਰ ਹੋ, ਇੱਕ ਇਸ਼ੂ ਜਿਹੜਾ ਹਮੇਸ਼ਾ ਹੀ ਬੜਾ ਸਾਹਮਣੇ ਆਉਂਦਾ ਵਾ ਕਿ ਔਰਤਾਂ ਨੂੰ ਮਰਦਾਂ ਦੇ ਮੁਤਾਬਿਕ ਬਹੁਤ ਘੱਟ ਪੇ ਕੀਤਾ ਜਾਂਦਾ ਕਈ ਬਿਜ਼ਨਸਿਸ ਦੇ ਵਿੱਚ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਸਹੀ ਗੱਲ ਆ। ਮੇਰੀ ਪੋਜੀਸ਼ਨ ਅਤੇ ਸਾਡੀ ਸਰਕਾਰ ਦੀ ਪੋਜੀਸ਼ਨ ਆ ਕਿ ਔਰਤਾਂ ਮਰਦ ਦੀ ਤਨਖਾਹ ਬਿਲਕੁਲ ਬਰਾਬਰ ਹੋਣੀ ਚਾਹੀਦੀ ਆ ਜਿਹੜਾ ਉਹ ਕੰਮ ਕਰਦੇ ਆ। ਪਰ BC ਦੇ ਵਿੱਚ ਔਰਤ ਦੇ ਮਰਦ ਦਾ ਜਿਹੜਾ ਗੈਪ ਇਹਦਾ ਕਾਫੀ ਜ਼ਿਆਦਾ ਬਾਕੀ ਸੂਬਿਆਂ ਵਿੱਚ ਵੀ ਹੈਗਾ। ਅਸੀਂ ਇਸ ਗੱਲ 'ਤੇ ਕਮਿਟਡ ਹਾਂ
ਇਸ ਵੇਲੇ ਅਸੀਂ ਕੰਸਲਟੇਸ਼ਨ ਸ਼ੁਰੂ ਕਰ ਦਿੱਤੀ। ਸਾਡੇ ਪਾਰਲੀਮੈਂਟਰੀ ਸੈਕਟਰੀ ਮਿਸ ਲੋਰ ਜਿਹੜੇ ਆ ਉਹ ਇਹਦੇ ਨੂੰ ਲੀਡ ਕਰ ਰਹੇ ਆ, ਮੈਂ ਉਹਨਾਂ ਦੀ ਸਪੋਰਟ ਕਰ ਰਿਹਾ, ਦੂਸਰੀ ਮਿਨਿਸਟਰੀਆਂ ਵੀ ਕਰ ਰਹੇ ਆ। ਔਰ ਅਸੀਂ ਕੰਸਲਟੇਸ਼ਨ ਦੇ ਨਾਲ ਤਾਂ ਕਿ ਅਸੀਂ ਇਕੱਲਾ ਔਰਤ ਨਹੀਂ, ਬਾਕੀ ਵੀ ਜਿਹੜੇ ਗਰੁੱਪਸ ਹੈਗੇ ਆ ਉਹਨਾਂ ਸਾਰਿਆਂ ਨੂੰ ਵਿੱਚ ਲੈ ਕੇ ਵੀ ਪਤਾ ਲੱਗ ਸਕੇ ਵੀ ਕਿੱਥੇ ਕਿੱਥੇ ਗੈਪਸ ਹੈਗੇ ਆ, ਕਿੱਦਾਂ ਗੈਪ ਹੈਗਾ, ਉਹਨੂੰ ਕਿੱਦਾਂ ਡੀਲ ਕਰਨਾ। ਉਹਦਾ ਜਿਹੜਾ ਫਿਰ ਲੈਜਿਸਲੇਸ਼ਨ ਤਿਆਰ ਹੋਏਗਾ ਉਹ ਅਸੀਂ ਇੰਟਰੋਡਿਊਸ ਕਰਾਂਗੇ, ਪਰ ਉਹਦੇ 'ਤੇ ਕੰਮ ਇਸ ਵੇਲੇ ਹੋ ਰਿਹਾ। ਬੈਂਸ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਹੈ, ਮਿਨੀਮਮ ਵੇਜ ਵੱਧ ਰਹੀ ਹੈ, ਪਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਸੂਬਿਆਂ, ਇਕੱਲੇ BC ਹੀ ਨਹੀਂ ਬਾਕੀ ਸੂਬਿਆਂ ਦੇ ਵਿੱਚ ਵੀ ਮੁਸ਼ਕਲਾਂ ਆ ਰਹੀਆਂ, ਉਹ ਹੈਗੀਆਂ ਵਰਕਰਸ ਨਹੀਂ ਮਿਲ ਰਹੇ। ਅੰਟੇਰੀਓ ਆਪਣੀਆਂ ਸਰਕਾਰ ਕਿਹੜੀ ਉਹ ਆਪਣੀਆਂ ਪਾਲਿਸੀਜ਼ ਲਿਆ ਰਹੀ ਆ, ਹਰ ਸੂਬੇ ਆਪਣੀਆਂ ਪਾਲਿਸੀਜ਼ ਲਿਆ ਰਹੇ ਨੇ। ਤੁਸੀਂ BC ਦੇ ਵਿੱਚ ਲੇਬਰ ਰਹੇ, ਕਿਉਂਕਿ ਕਾਫੀ ਸਟੂਡੈਂਟਸ ਕਿਹੜੇ ਉਹ ਵੀ ਬਾਹਰ ਸੂਬਿਆਂ 'ਚ ਚੱਲ ਗਏ ਨੇ, ਵਰਕਰਸ ਕਿੱਥੋਂ ਮਿਲਣਗੇ? ਦੇਖੋ, ਇਹ ਬਹੁਤ ਵੱਡੀ ਸਮੱਸਿਆ ਹੈਗੀ ਆ। ਸਾਡੀ ਇਕੋਨਮੀ ਬਹੁਤ ਹੀ ਗਰਮਾ ਗਰਮ ਚੱਲ ਰਹੀ ਆ। ਪਿਛਲੇ 4 ਸਾਲ ਦੇ ਵਿੱਚ ਵਨ ਆਫ ਦਾ ਬੈਸਟ ਇਕੋਨਮੀ ਰਹੀ ਆ ਬਾਕੀ ਸੂਬਿਆਂ ਨਾਲ ਦੇ ਮੁਕਾਬਲਾ ਕਰੀਏ। ਅਨਪਲਾਈਮੈਂਟ ਰੇਟ ਜਿਹੜਾ ਆ ਪਿਛਲੇ 4 ਸਾਲ ਬਾਕੀ ਸੂਬਿਆਂ ਦੇ ਮੁਤਾਬਕ ਤਕਰੀਬਨ ਵਨ ਆਫ ਦਾ ਲੋਐਸਟ ਰਿਹਾ, ਜੇ ਲੋਐਸਟ ਨਹੀਂ ਸੀਗਾ। ਅੱਜ ਸਾਡਾ ਅਨਪਲਾਈਮੈਂਟ ਰੇਟ 4.9% ਆ। ਮੈਨੂੰ ਯਾਦ ਨਹੀਂ ਜਦ ਅਸੀਂ ਕੈਨੇਡਾ ਆਏ ਆ ਤੇ ਇੰਨਾ ਲੋ ਕਿਹੜਾ ਵੇਲਿਆਂ ਵਿੱਚ ਹੋਇਆ ਹੋਊਗਾ ਅਨਪਲਾਈਮੈਂਟ ਰੇਟ। ਹਾਲੇ ਕੋਵਿਡ ਤੋਂ ਅਸੀਂ ਬਾਹਰ ਨਿਕਲੇ ਨਹੀਂ, ਸੋ ਸਾਡੀ ਇਕੋਨਮੀ ਬਹੁਤ ਹੀ ਲੀਪਸ ਐਂਡ ਬਾਉਂਡ ਦੇ ਨਾਲ ਅੱਗੇ ਵੱਧ ਰਹੀ ਆ। ਇੱਕ ਪਾਸੇ ਬਹੁਤ ਚੰਗੀ ਗੱਲ ਆ, ਦੂਜੇ ਪਾਸੇ ਜੌਬਸ ਬਹੁਤ ਕ੍ਰੀਏਟ ਹੋ ਰਹੀਆਂ ਪਰ ਵਰਕਰ ਮਿਲ ਨਹੀਂ ਰਹੇ। ਪਰ ਕਿਉਂਕਿ ਅਸੀਂ ਇਹ ਜਿਹੜੇ ਕਦਮ ਉਠਾ ਰਹੇ ਹਾਂ, ਵਰਕਰਾਂ ਦੀਆਂ ਜ਼ਿੰਦਗੀਆਂ ਚੰਗੀਆਂ ਸੁਖਾਲੀਆਂ ਬਣਾਉਣੀਆਂ, ਉਹਨਾਂ ਦੀ ਹੈਲਥ ਐਂਡ ਸੇਫਟੀ ਪ੍ਰੋਟੈਕਟ ਕਰਨੀ, ਉਹਨਾਂ ਦੀਆਂ ਵਰਕਿੰਗ ਕੰਡੀਸ਼ਨ ਜਿਹੜੀਆਂ ਉਹਨਾਂ ਨੂੰ ਲੁੱਕ ਆਫਟਰ ਕਰਨਾ, ਮਿਨੀਮਮ ਵੇਜ ਜਿਹੜੀ ਆ ਇਨਫਲੇਸ਼ਨ ਦੇ ਬਰਾਬਰ ਲਈ ਜਾਈਏ, ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖੋ। ਤੇ ਇਸ ਵੇਲੇ BC ਦੇ ਵਿੱਚ ਸਭ ਤੋਂ ਜ਼ਿਆਦਾ ਲੋਕੀ ਮੂਵ ਹੋ ਰਹੇ ਆ। ਪਿਛਲੇ 30 ਸਾਲ ਦੇ ਮੁਕਾਬਲੇ ਪਿਛਲੇ ਸਾਲ BC ਦੇ ਵਿੱਚ ਸਭ ਤੋਂ ਜ਼ਿਆਦਾ ਬੰਦੇ ਮੂਵ ਹੋਏ ਆ। ਜਿਹੜਾ ਸਾਡਾ PNP ਪ੍ਰੋਗਰਾਮ ਹੈਗਾ ਉਹਨੂੰ ਕਿਸ ਤਰ੍ਹਾਂ ਅਸੀਂ ਸਪੀਡ ਕਰ ਲਈਏ, ਉਹਨੂੰ ਸਪੀਡ ਕਰ ਲਈਏ, ਉਹ ਸਾਰਾ ਕੁਛ ਉੱਧਰ ਦੂਜੀਆਂ ਮਿਨਿਸਟਰੀਆਂ ਸਾਡੇ ਕੰਮ ਕਰ ਰਹੀਆਂ, ਕਿਉਂਕਿ ਬਿਜ਼ਨਸ ਨੂੰ ਵਰਕਰ ਚਾਹੀਦੇ ਆ, ਕਾਫੀ ਘਾਟ ਹੈਗੀ, ਉਹਦੇ ਕਾਫੀ ਕੰਮ ਹੋ ਰਿਹਾ। ਮੇਰਾ ਲਾਸਟ ਸਵਾਲ ਹੈ, ਪਿਛਲੇ ਸਾਨੂੰ ਕੰਪਲੇਂਟਸ ਆ ਰਹੀਆਂ ਨੇ ਕਿ ਕਈ ਜਿਹੜੇ ਵਰਕਰਸ ਹੈਗੇ ਨੇ ਉਹਨਾਂ ਨੇ ਕੰਪਲੇਂਟ ਕੀਤੀ ਹੋਈ ਆ ਬਿਜ਼ਨੈਸਿਸ ਬਾਰੇ ਕਿ ਉਹਨਾਂ ਨੂੰ ਪੇ ਨਹੀਂ ਕੀਤਾ ਗਿਆ। ਤੁਹਾਡਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਬਹੁਤ ਸਲੋ ਆ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਬਾਰੇ। ਦੇਖੋ, ਕੋਵਿਡ ਨੇ ਕਾਫੀ ਮੁਸ਼ਕਲਾਂ ਪੈਦਾ ਕੀਤੀਆਂ ਸਾਰੇ ਡਿਪਾਰਟਮੈਂਟ ਦੇ ਵਿੱਚ, ਸਾਡੇ ਵੀ ਉਹਦੇ ਦਾ ਅਸਰ ਹੋਇਆ। ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਦੇ ਵਿੱਚ ਜਦੋਂ ਕੋਵਿਡ ਨੇ ਮਾਰ ਥੱਲੇ ਆ ਗਏ, ਬਿਜ਼ਨਸ ਬੰਦ ਹੋ ਗਏ ਸੀ, ਔਰ ਉਹਦੇ ਵਿੱਚ ਫਿਰ ਉਹਨਾਂ ਨੂੰ ਸੈਵਰੈਂਸ ਪੇ ਦੇਣੀ ਪੈਣੀ ਸੀ ਕਿਉਂਕਿ ਨੋਟਿਸ ਨਹੀਂ ਦੇ ਸਕੇ। ਪਰ ਸਾਡੇ ਕੋਲ ਪ੍ਰੋਵੀਜ਼ਨ ਸੀਗੀ ਕਿ ਤੁਸੀਂ ਵਰਕਰ ਤੇ ਇੰਪਲੋਇਰ ਇਕੱਠੇ ਹੋ ਕੇ ਤੁਸੀਂ ਵੇਰੀਐਂਸ ਵਾਸਤੇ ਅਪਲਾਈ ਕਰ ਸਕਦੇ ਹੋ। ਉਹ 1000 ਤੋਂ ਵੱਧ ਐਪਲੀਕੇਸ਼ਨਾਂ ਆਈਆਂ, ਹਜ਼ਾਰਾਂ ਵਰਕਰ ਉਹਦੇ ਨਾਲ ਸੰਬੰਧਿਤ ਸੀਗੇ, ਤਾਂ ਕਿ ਉਹਨਾਂ ਦਾ ਲਿੰਕ ਬਣਿਆ ਰਹੇ, ਬਿਜ਼ਨਸ ਨੂੰ ਫਾਇਦਾ ਹੋ ਕੇ ਉਹਨਾਂ ਨੂੰ ਸੈਵਰੈਂਸ ਪੇ ਨਾ ਦੇਣੀ ਪਵੇ, ਕਿਉਂਕਿ ਉਹਨੇ ਬਿਜ਼ਨਸ ਮੁੜ ਕੇ ਪੇ ਚਲਾਉਣਾ। ਕੋਈ ਵਰਕਰ ਨੂੰ ਹੁੰਦਾ ਸੀ ਕਿ ਸਾਡਾ ਲਿੰਕ ਇਹਨਾਂ ਨਾਲ ਬਣਿਆ ਰਹੇ ਇੰਪਲੋਇਰ ਦੇ ਨਾਲ, ਉਹਦੇ ਨਾਲ ਕੰਮ ਕਾਫੀ ਪਿੱਛੇ ਪੈ ਗਿਆ। ਅਸੀਂ ਤਕਰੀਬਨ $14 ਮਿਲੀਅਨ ਜਦ ਦਾ ਮੈਂ ਆਇਆ ਮਿਨਿਸਟਰੀ ਵਿੱਚ ਅਸੀਂ ਪਾ ਚੁੱਕੇ ਹਾਂ ਉਸੇ ਡਿਪਾਰਟਮੈਂਟ ਦੇ ਵਿੱਚ, ਤਾਂ ਕਿ ਅਸੀਂ ਹੋਰ ਵਰਕਰ ਹਾਇਰ ਕਰ ਲਈਏ। ਇਸ ਵੇਲੇ ਵੀ ਅਸੀਂ 24 ਇਸ ਵੇਲੇ ਵਰਕਰ ਨਵੇਂ ਹੋਰ ਐਡ ਕਰ ਲਏ ਆ, ਤਾਂ ਕਿ ਅਸੀਂ ਜਿਹੜੀ ਬੈਕਲੌਗ ਆ ਉਹਨੂੰ ਖਤਮ ਕਰ ਸਕੀਏ। ਮੈਂ ਕਮਿਟਡ ਆ ਕਿ ਅਸੀਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਬੈਕਲੌਗ ਆ ਉਹ ਖਤਮ ਕਰ ਦੇਣੀ ਆ, ਤਾਂ ਕਿ ਵਰਕਰ ਨੂੰ ਜਦੋਂ ਕੰਪਲੇਂਟ ਕਰੇ ਉਹਨੂੰ ਉਸ ਵੇਲੇ ਜਸਟਿਸ ਮਿਲ ਸਕੇ। ਨਹੀਂ, ਇਹ ਤਾਂ ਗੱਲ ਹੋ ਗਈ ਨਾ, ਜਿਨ੍ਹਾਂ ਨੂੰ ਸਰਵੈਲੈਂਸ ਪੇ ਬਾਰੇ ਕਈ ਵਰਕਰਸ ਐਸੇ ਹਨ ਜਿਨ੍ਹਾਂ ਨੂੰ ਇੰਪਲੋਇਰ ਨੇ ਪੇ ਹੀ ਨਹੀਂ ਕੀਤਾ, ਤਾਂ ਉਹਨਾਂ ਦੀਆਂ ਕੰਪਲੇਂਟਸ ਤੁਹਾਡੇ ਡਿਪਾਰਟਮੈਂਟ ਕੋਲ। ਮੈਂ ਉਹੀ ਗੱਲ ਕਰ ਰਿਹਾ ਨਾ, ਕਿਉਂਕਿ ਜਦੋਂ ਉਹ ਉੱਥੇ ਗਏ ਉਹ ਜਿਹੜਾ ਡਿਪਾਰਟਮੈਂਟ ਦੇ ਵਿੱਚ ਬੈਕਲੌਗ ਬਣ ਗਏ, ਕਿਉਂਕਿ ਉਹ ਦੂਸਰੀਆਂ ਐਪਲੀਕੇਸ਼ਨ ਬਹੁਤ ਆ ਗਈਆਂ। ਸੋ ਅਸੀਂ ਐਡ ਸਟਾਫ ਵੀ ਕੀਤਾ, ਪਰ ਹੁਣ ਹੋਰ ਸਟਾਫ ਐਡ ਕਰ ਰਹੇ ਹਾਂ, ਤਾਂ ਕਿ ਅਸੀਂ ਜਿਹੜਾ ਬੈਕਲੌਗ ਵੀ ਆ, ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਵਰਕਰ ਦੀ ਕੰਪਲੇਂਟ ਹੋਈ ਆ, ਉਹਨੂੰ ਕਾਫੀ ਟਾਈਮ ਲੱਗ ਜਾਂਦਾ, ਉਹਦੇ 'ਤੇ ਗੌਰ ਕਰਨ ਦੀ, ਇਨਵੈਸਟੀਗੇਟ ਕਰਨ ਲਈ, ਤੇ ਉਹਦੇ ਲਈ ਅਸੀਂ ਨਵੇਂ ਰਿਸੋਰਸਿਸ ਐਡ ਕਰ ਰਹੇ ਹਾਂ, ਤਾਂ ਕਿ ਅਸੀਂ ਉਹ ਜਿਹੜੀ ਬੈਕਲੌਗ ਖਤਮ ਕਰ ਦਈਏ। ਇਹ ਸਨ ਮਿਨਿਸਟਰ ਆਫ ਲੇਬਰ ਆਨਰੇਬਲ ਹੈਰੀ ਬੈਂਸ, ਜਿਨ੍ਹਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਕਿ ਮਿਡ 22 ਤੋਂ 45 ਸੈਂਟ ਦਾ ਪਰ ਆਵਰ ਵਾਧਾ ਕੀਤਾ ਜਾ ਰਿਹਾ। ਇਸ ਦੇ ਨਾਲ ਇਹ ਬੜੀ ਵਧੀਆ ਤੇ ਬੜੀ ਵੱਡੀ ਨਿਊਜ਼ ਆ ਵਰਕਰਸ ਦੇ ਲਈ, ਪਰ ਇਹਦੇ ਨਾਲ ਜਿਹੜੇ ਇੰਪਲੋਇਰਸ ਹੈਗੇ ਉਹ ਕਿੰਨੇ ਕੁ ਖੁਸ਼ ਹੋਣਗੇ ਇਹ ਆਉਂਦੇ ਸਮੇਂ ਦੇ ਵਿੱਚ ਪਤਾ ਚੱਲੇਗਾ। ਕੈਮਰਾਮੈਨ ਫਾਹਦ ਦੇ ਨਾਲ ਅਮਰਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਵਿੱਚ।
ਪੈਂਡੈਮਿਕ ਕਾਰਨ ਲੱਗੀਆਂ ਪਾਬੰਦੀਆਂ ਹੁਣ ਹਟਾਈਆਂ ਜਾ ਰਹੀਆਂ ਹਨ, ਜਿਸ ਕਰਕੇ ਵੱਖ-ਵੱਖ ਸੂਬਿਆਂ ਦੇ ਵਿੱਚ ਇਨ-ਪਰਸਨ ਇਵੈਂਟਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਦੇ ਚੱਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹਫ਼ਤੇ ਲਈ ਬ੍ਰਾਈਡਲ ਫੈਸ਼ਨ ਵੀਕ ਆਯੋਜਿਤ ਕੀਤਾ ਗਿਆ। ਅੱਜ ਆਪਾਂ ਮੌਜੂਦ ਹਾਂ ਬ੍ਰਾਈਡਲ ਫੈਸ਼ਨ ਵੀਕ ਦੇ ਡੇ 1 ਵਿੱਚ, ਜੋ ਕਿ ਸਰੀ ਵਿੱਚ ਕਰਾਇਆ ਜਾ ਰਿਹਾ ਹੈ। ਜੈ ਪਰਵੇਸ਼ ਵੱਲੋਂ ਬ੍ਰਾਈਡਲ ਫੈਸ਼ਨ ਵੀਕ 2016 ਵਿੱਚ ਸ਼ੁਰੂ ਕਰਾਇਆ ਗਿਆ ਸੀ ਤੇ ਹੁਣ ਅੱਜ 2 ਸਾਲ ਬਾਅਦ ਜਿਹੜਾ ਹੈ ਪੈਂਡੇਮਿਕ ਦੇ 2 ਸਾਲਾਂ ਬਾਅਦ ਅੱਜ ਦੁਬਾਰਾ ਸ਼ੁਰੂ ਕਰਾਇਆ ਜਾ ਰਿਹਾ ਹੈ। ਇੱਥੇ ਕਈ ਤਰ੍ਹਾਂ ਦੇ ਵੈਂਡਰਸ ਆਉਂਦੇ ਨੇ। ਜੇ ਆਪਾਂ ਗੱਲ ਕਰੀਏ ਬਿਊਟੀਫੁਲ ਜੁਐਲਰੀਜ਼ ਦੀ, ਮੇਕਅਪ ਦੀ, ਟੀਥ ਵਾਈਟਨਿੰਗ ਦੀ, ਨੇਲਸ ਦੀ, ਦੁਪੱਟਿਆਂ ਦੀ, ਜੁੱਤੀਆਂ ਦੀ, ਕਾਫੀ ਤਰ੍ਹਾਂ ਦੇ ਜਿਹੜੇ ਵੈਂਡਰਸ ਨੇ ਉਹ ਇੱਥੇ ਆਉਂਦੇ ਨੇ ਤੇ ਆਪਣੇ ਆਪਣੇ ਪ੍ਰੋਡਕਟਸ ਨੂੰ ਦਿਖਾਉਂਦੇ ਨੇ। ਤੇ ਸਾਡੇ ਵਿਚਕਾਰ ਹੁਣ ਫਾਈਨਲੀ ਟਾਈਮ ਨਿਕਾਲ ਕੇ ਲੱਗ ਗਏ ਨੇ ਆਰਗੇਨਾਈਜ਼ਰਸ ਆਫ ਬ੍ਰਾਈਡਲ ਫੈਸ਼ਨ ਵੀਕ ਤੇ ਉਹ ਨਾਲ ਗੱਲ ਕਰਦੇ ਆ। ਤੇ ਕਿਵੇਂ ਲੱਗ ਰਿਹਾ ਕਿ ਤੁਸੀਂ ਲਾਈਕ ਆਲਰੇਡੀ ਇੰਨਾ ਵਧੀਆ ਜਿਹੜਾ ਪ੍ਰੋਗਰਾਮ ਤੁਸੀਂ ਆਰਗੇਨਾਈਜ਼ ਕੀਤਾ ਹੈ, ਹਾਊ ਡੂ ਯੂ ਫੀਲ ਕਿ 2 ਸਾਲ ਬਾਅਦ ਹੈ ਪੈਂਡੇਮਿਕ ਤੋਂ ਬਾਅਦ ਤੁਸੀਂ ਇਹ ਆਰਗੇਨਾਈਜ਼ ਕੀਤਾ ਹੈ, ਕਿਵੇਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ, ਥੈਂਕ ਯੂ। ਤੁਹਾਨੂੰ ਵਧੀਆ ਲੱਗਿਆ ਐਂਡ ਯੂ ਸੈਡ ਕਿ ਇੰਨਾ ਵਧੀਆ ਲੱਗਿਆ ਤੁਹਾਨੂੰ। ਤੋ of course we tried our best, but main ਚੀਜ਼ ਹੁੰਦੀ ਹੈ ਵੀ people who are in media and who have seen lot of events ਜੇ ਉਹ ਵਧੀਆ ਕਹਿਣ। so thanks for that and ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ because after COVID it's feeling like I'm taking my freedom today, you know, and fashion and party, that's my life. I love that. I love meeting people, like ਲੋਕਾਂ ਨੂੰ ਮਿਲਣਾ, ਉਹਨਾਂ ਦੇ ਨਾਲ ਗੱਲਾਂ ਕਰਨੀਆਂ, fashion discuss ਕਰਨਾ ਜਾਂ ਕਿਸੇ ਬਾਰੇ design ਕਰਨਾ, that's my life. It is not my job, so I love it. And this day is one of the best days in last 3 years, I think. Yeah, I can say that. ਤੇ ਤੁਸੀਂ ਇਹ ਕਨਸੈਪਟ ਜਿਹੜਾ ਲੈ ਕੇ ਆਏ ਹੋ ਅੱਗੇ ਲਾਈਕ ਬ੍ਰਾਈਡਲ ਫੈਸ਼ਨ ਵੀਕ, ਇਹ ਕਨਸੈਪਟ ਕਿੱਥੋਂ ਆਇਆ ਸੀ? ਕਿਉਂਕਿ ਅਸੀਂ ਦੇਖ ਰਹੇ ਹਾਂ ਇੱਥੇ ਕਾਫੀ ਵੈਂਡਰਸ ਜਿਹੜੇ ਉਹ ਆਏ ਨੇ, ਕਿਉਂਕਿ ਇੱਕ ਵੈਡਿੰਗ ਵਿੱਚ ਸਾਨੂੰ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਇੱਕ ਸੋਹਣੀ ਦੁਲਹਨ ਨੂੰ ਸਜਾਉਣ ਲਈ, ਉਹ ਸਭ ਕੁਝ ਹੈ ਇੱਥੇ। ਤੇ ਕੀ ਮਤਲਬ ਕੀ ਸੋਚ ਕੇ ਤੁਸੀਂ ਇਹ ਕਨਸੈਪਟ ਤੁਸੀਂ ਲੈ ਕੇ ਆਏ ਸੀ? ਬ੍ਰਾਈਡਲ ਫੈਸ਼ਨ ਵੀਕ ਦਾ ਜਿਹੜਾ ਕਨਸੈਪਟ ਹੈ ਉਹ ਲਾਈਕ ਲੋਕ ਕਈ ਕਹਿੰਦੇ ਸਾਨੂੰ ਵੀ ਲਾਈਕ ਇਟਸ ਓਨਲੀ ਫॉर द ਬ੍ਰਾਈਡਸ, ਲਾਈਕ ਵਿਚ ਇਜ਼ ਐਕਚੁਅਲੀ ਨਾਟ ਟਰੂ। ਕੋਈ ਵੀ ਵੈਡਿੰਗ ਜਦੋਂ ਹੁੰਦੀ ਹੈ ਇਟਸ ਅ ਕੰਪਲੀਟ ਫੈਮਿਲੀ ਅਫੇਅਰ ਐਂਡ ਇੰਨੇ ਜ਼ਿਆਦਾ ਉਸ 'ਚ ਫੰਕਸ਼ਨਸ ਹੁੰਦੇ ਨੇ, ਕਾਫੀ ਦਿਨ ਲੱਗ ਜਾਂਦੇ ਨੇ। ਕੋਈ ਡੈਸਟੀਨੇਸ਼ਨ ਵੈਡਿੰਗ ਕਰਾ ਰਿਹਾ ਹੈ, ਕੋਈ ਘਰ 'ਚ ਵੈਡਿੰਗ ਬੈਠ ਕੇ ਕਰਾ ਰਿਹਾ ਹੈ, ਕੋਈ ਕੁਛ ਕਰ ਰਿਹਾ, ਕੋਈ ਡਿਫਰੈਂਟ ਸਟਾਈਲਸ ਆਫ ਵੈਡਿੰਗਸ ਆਰ ਦੇਅਰ। ਤਾਂ ਅੱਜ ਕੱਲ੍ਹ ਲਾਈਕ ਇਟਸ ਆਲਵੇਜ਼ ਅਬਾਊਟ ਲਾਈਕ ਮੀਟਿੰਗ ਪੀਪਲ ਐਂਡ ਕ੍ਰੀਏਟਿੰਗ ਯੋਰ ਓਨ ਕਨਸੈਪਟ। ਸੋ ਇੱਥੇ ਜਾ ਕੇ ਆਪਾਂ ਬ੍ਰਾਈਡਲ ਫੈਸ਼ਨ ਵੀਕ ਜਿਹੜਾ ਕੀਤਾ ਕੈਨੇਡਾ 'ਚ, ਉਹ 'ਚ ਇਹੀ ਹੈ ਲਾਈਕ ਵੀ ਆਲਵੇਜ਼ ਪਿਕ ਅਪ ਡਿਜ਼ਾਈਨਰਸ ਹੂ ਆਰ ਵੈਰੀ ਡਿਫਰੈਂਟ। ਜਿਸ ਤਰ੍ਹਾਂ ਅਸੀਂ ਅੱਜ ਵਾਈਟ ਬ੍ਰਾਈਡਲਸ ਔਰ ਰਿਜ਼ੋਰਟ ਵੇਅਰ ਸ਼ੋ ਕੀਤਾ, ਲਾਈਕ ਸਾਡੀ ਕਲੈਕਸ਼ਨ ਦਾ ਥੀਮ ਸੀ ਗਾਰਡਨ ਆਫ ਡਰੀਮਸ, ਸੋ which was basically for resort collection, like you know destination wedding collection. Then ਫਿਰ ਸਾਡੇ ਕੋਲ ਲਕਸ collection ਸੀ, ਉਹ totally Indian wear, proper ethnic wear. ਫਿਰ ਹਰਮਨ ਸੀਗਾ, ਉਹ ਪੂਰਾ men's wear ਦਾ collection ਸੀ. Then Devi is all about her quirky fashion and you know her brides are very Devi kind of brides, like very blingy, nice and very stylish, bold. So like every designer was handpicked and then we have like different vendors also, ਜਿੱਦਾਂ ਸ਼ਾਹੀ ਰਾਣੀ ਹੈ, ਗੋਲਡਨ ਰੋਡ ਐਂਡ ਆਲ ਦ ਅਦਰ ਲਾਈਕ ਬਲਸ਼ ਬਾਰ ਸਟੂਡੀਓਜ਼। ਤਾਂ ਇਹ ਸਾਰੇ ਲੋਕ, ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੈਡਿੰਗਸ 'ਚ ਬਿਕੋਜ਼ ਦੇ ਬ੍ਰਿੰਗ ਲੋਟ ਆਫ ਕ੍ਰੀਏਟਿਵਿਟੀ ਇਨ ਦ wedding. And when brides came today, they found their kind of, you know, they were looking for these kind of things. And when they meet them, it's like their dream come true day is getting reality. That's the thing. ਆਰਗੇਨਾਈਜ਼ਰਸ ਵੱਲੋਂ ਵੀ ਇਹੀ ਕਿਹਾ ਗਿਆ ਕਿ ਜਿਹੜਾ 2 ਸਾਲ ਦਾ ਗੈਪ ਹੈ ਉਹ ਸਾਰੇ ਬਿਜ਼ਨਸ ਦੇ ਲਈ ਕਾਫੀ ਡਾਊਨਫਾਲ ਵਿੱਚ ਗਿਆ ਸੀ। ਤੇ ਇਹਨਾਂ ਵਾਸਤੇ ਵੀ ਕਿਉਂਕਿ ਵੈਡਿੰਗ ਸੀਜ਼ਨ ਪੂਰੀ ਤਰ੍ਹਾਂ ਜਿਹੜਾ ਠੱਪ ਹੋ ਚੁੱਕਿਆ ਸੀ, ਤੇ ਹੁਣ ਅੱਗੇ ਵੀ ਉਹ ਲੋਕ ਉਮੀਦ ਕਰਦੇ ਨੇ ਕਿ ਵੈਡਿੰਗ ਸੀਜ਼ਨ ਜਿਹੜਾ ਹੈ ਉਹ ਅੱਗੇ ਹੋਰ ਫਲਰਿਸ਼ ਕਰੇਗਾ। You know what, COVID 'ਚ ਦੋ ਚੀਜ਼ਾਂ ਹੋਈਆਂ ਨੇ, ਕੁਝ ਚੀਜ਼ਾਂ ਅੱਛੀਆਂ ਹੋਈਆਂ ਨੇ, ਕੁਝ ਚੀਜ਼ਾਂ ਗਲਤ ਹੋਈਆਂ ਨੇ। ਠੀਕ ਹੈ, ਜੇ ਆਪਾਂ ਸੋਚੀਏ ਵੀ ਆਪਾਂ ਬਹੁਤ ਜ਼ਿਆਦਾ ਰਸ਼ ਚੱਲ ਰਹੇ ਸੀ ਐਂਡ ਵੀ ਡਿਡਨਟ ਨੋ ਵਾਟ ਵੀ ਆਰ ਵਾਂਟਿੰਗ, ਤਾਂ ਉਹ ਥੋੜ੍ਹਾ ਜਿਹਾ ਬ੍ਰੇਕ ਲੱਗ ਕੇ ਵੀ ਹੈਡ ਟਾਈਮ ਕਿ what should we do, how we should enjoy, what should we cut out of our life which was not necessary. So there was so many things ਜਿੱਥੇ ਆਪਾਂ ਨੇ ਆਪਣੇ ਆਪ ਨੂੰ ਐਨਾਲਾਈਜ਼ ਕੀਤਾ, ਠੀਕ ਹੈ, which was really good. And the second thing which was bad was like, you know, not like social distancing ਵਧਾਉਣਾ ਆਪਣੇ ਅੰਦਰ। ਆਪਾਂ ਪਹਿਲਾਂ ਹੀ like we are getting distant, all the people, like, you know, people are like now everyone is already distant and then social distancing and all this, that actually added to it. Yeah, actually social media makes you unsocial. Yeah, right? You don't meet friends, you just see them on your phones. ਜੇ ਆਪਾਂ ਗੱਲ ਕਰੀਏ ਵੱਖ-ਵੱਖ ਵੈਂਡਰਸ ਦੀ, ਤੇ ਅੱਜ ਇਸ ਬ੍ਰਾਈਡਲ ਫੈਸ਼ਨ ਵੀਕ ਵਿੱਚ ਵੱਖ-ਵੱਖ ਵੈਂਡਰਸ ਸਾਨੂੰ ਵੇਖਣ ਨੂੰ ਮਿਲੇ, ਜਿੱਥੇ ਮੇਕਅਪ ਆਰਟਿਸਟ ਨੇ, ਕਾਸਟਿਊਮ ਡਿਜ਼ਾਈਨਰਸ ਨੇ, ਕਾਰ ਰੈਂਟਲਸ ਨੇ, ਵੀਡੀਓਗ੍ਰਾਫਰਸ ਨੇ, ਜੁਐਲਰੀ ਡਿਜ਼ਾਈਨਰਸ ਨੇ, ਤੇ ਕਾਫੀ ਵੈਂਡਰਸ ਨੇ ਸਾਨੂੰ ਅੱਜ ਆਪਣੇ ਐਕਸਪੀਰੀਅੰਸ ਬਾਰੇ ਦੱਸਿਆ। मैं सब कुछ डिज़ाइन करती हैं। आई डू लुंगी, कुर्तीज़, धोती, कैजुअल, वेडिंग्स, ब्राइडल, एवरीथिंग. So I love designing everything, and
आज bridal fashion week आके मैंने बहुत अच्छा लगा because it was an amazing experience, good audience. We had so much fun here and they do it every year. Jai Pravesh are my really good friends. So मैंने बहुत अच्छा लगा ऐसे करके. ਐਂਡ ਤੁਸੀਂ ਕੀ ਦੇਖਦੇ ਹੋ ਕਿ ਲਾਈਕ ਬ੍ਰਾਈਡਲ ਫੈਸ਼ਨ ਵੀਕ ਇੱਕ ਇੱਦਾਂ ਪਲੇਟਫਾਰਮ ਜਿਵੇਂ ਬਣ ਚੁੱਕਾ ਹੈ ਕਿ ਲਾਈਕ ਕਿਉਂਕਿ ਇੱਥੇ ਸਾਰੇ ਵੈਂਡਰਸ ਆਉਂਦੇ ਨੇ ਰਲ ਮਿਲ ਕੇ ਜਿਹੜਾ ਹੈ ਇੱਕ ਫਰੈਂਡਸ਼ਿਪ ਬਣ ਜਾਂਦਾ ਹੈ, ਇੱਕ ਬੌਂਡ ਬਣ ਜਾਂਦਾ ਹੈ ਤੁਹਾਡੇ ਸਾਰਿਆਂ ਦਾ, ਰਾਈਟ? ਹੁਣ ਆਪਾਂ ਆਲ ਮਾਸਕ ਫਰੀ ਅਸੀਂ ਬਿਊਟੀਫੁਲ ਸਮਾਈਲਸ ਦੇਖ ਸਕਦੇ ਹਾਂ, ਤੁਹਾਡੀ ਵੀ ਦੇਖ ਸਕਦੇ ਹਾਂ, ਮਾਡਲਸ ਦੀ ਵੀ ਦੇਖ ਸਕਦੇ ਹਾਂ, ਤੇ ਕਿੱਦਾਂ ਲੱਗ ਰਿਹਾ ਕਿ ਆਫਟਰ ਪੈਂਡੇਮਿਕ ਇੱਕ ਚੜਾਵ ਜਿਹੜਾ ਆ ਰਿਹਾ ਬਿਜ਼ਨਸ ਵਿੱਚ? ਅਸੀਂ ਬਹੁਤ ਐਕਸਾਈਟਿਡ ਸੀਗੇ bridal fashion week ਕਰਨ ਲਈ because 3 ਸਾਲ ਹੋ ਗਏ ਆਲਮੋਸਟ ਅਸੀਂ ਕੁਝ ਨਹੀਂ ਕੀਤਾ. ਸੋ ਮੇਰੇ ਲਈ ਤਾਂ ਸੀਗਾ ਓਕੇ ਕੁਝ ਹੋ ਰਿਹਾ ਆਈ ਐਮ ਦੇਅਰ. ਸੋ ਐਂਡ ਜੈ ਪ੍ਰਵੇਸ਼ ਲਾਈਕ ਆਈ ਸੈਡ ਸਾਡੇ ਬਹੁਤ ਗੁੱਡ ਫਰੈਂਡਸ ਹੈ. ਸੋ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਆਈ ਸੈਡ 100% ਆਈ ਵਿਲ ਡੂ ਦ ਸ਼ੋ. ਬਟ ਇਹ ਪਲੇਟਫਾਰਮ ਬਹੁਤ ਅੱਛਾ ਆ ਬਿਕਾਜ਼ ਸਾਰੇ ਆਉਂਦੇ ਆ. ਇਟਸ ਨਾਟ ਜਸਟ you know there's people from different places come. They're coming from everywhere, so it's nice that people get to know your work. And it's very good ਕਿ ਅਸੀਂ ਸਾਰੇ ਇੱਥੇ ਅੱਜ ਹੈਗੇ ਆ ਤੇ ਥੈਂਕ ਯੂ ਸੋ ਮਚ ਤੁਸੀਂ ਵੀ ਇੱਥੇ ਆਏ ਹੋ ਤੇ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੈਗਾ ਸਾਡੇ ਲੋਕਲ ਬਿਜ਼ਨੈਸਿਸ ਲਈ, ਸਪੈਸ਼ਲੀ ਸਾਊਥ ਏਸ਼ੀਅਨ ਕਮਿਊਨਿਟੀ ਲਈ ਕਿ ਐਵੇਂ ਦਾ ਇੱਕ ਪਲੇਟਫਾਰਮ ਹੈਗਾ ਜਿੱਥੇ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਕੋਲੈਬੋਰੇਟ ਕਰ ਸਕਦੇ ਹੈਗੇ ਆ ਤੇ ਆਪਣੇ ਜਿਹੜੇ ਡਿਜ਼ਾਈਨਸ ਹੈ ਉਹਨੂੰ ਅਸੀਂ ਫੀਚਰ ਕਰ ਸਕਦੇ ਹਾਂ. ਤੇ ਤੁਸੀਂ ਸਾਡੀ ਜਨਤਾ ਨੂੰ ਦੱਸੋ ਕਿ ਅੱਜ ਤੁਸੀਂ ਕਿਹੜਾ ਪ੍ਰੋਡਕਟ ਲੈ ਕੇ ਆਏ ਹੋ ਤੇ ਤੁਹਾਡਾ ਕਿਸ ਚੀਜ਼ ਦਾ ਬਿਜ਼ਨਸ ਹੈ? ਹਾਂਜੀ ਤੇ ਮੇਰਾ ਨਾਮ ਹੈ ਅਰੂ ਤੇ ਮੇਰਾ ਬਿਜ਼ਨਸ ਹੈਗਾ ਡਿਵਾਈਨ ਕਲੈਕਸ਼ਨਸ ਦੇ ਨਾਮ ਤੋਂ ਤੇ ਮੇਰੀ ਐਕਸਪਰਟੀਜ਼ ਹੈਗੀਆਂ ਜਿਊਲਰੀ ਡਿਜ਼ਾਈਨ ਕਰਨ ਦੀਆਂ ਤੇ ਅੱਜ ਮੈਂ ਲੈ ਕੇ ਆਈ ਹਾਂ ਆਪਣੀ ਬ੍ਰਾਈਡਸ ਤੇ ਨੌਨ ਬ੍ਰਾਈਡਸ ਲਈ ਵੀ ਸਪੈਸ਼ਲ ਕਸਟਮਾਈਜ਼ਡ ਜਿਊਲਰੀ ਸਟੇਟਮੈਂਟ ਪੀਸਿਸ ਹੈਗੇ ਆ ਸਾਡੇ ਕੋਲ, ਪਾਚੀ ਕੁੰਦਨ ਦੇ ਪੀਸਿਸ ਹੈਗੇ ਨੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਪ੍ਰਮੋਟ ਕਰਦੇ ਹੈਗੇ ਆ ਇੰਡੀਆ ਦੇ ਲੋਕਲ ਬਿਜ਼ਨਸਿਸ ਨੂੰ ਵੀ ਤੇ ਜਿਹੜੇ ਹੈਂਡਕ੍ਰਾਫਟ ਹੈ, ਜਿਹੜਾ ਲੋਕਲ ਵਿਲੇजेस ਦਾ ਹੈਂਡਕ੍ਰਾਫਟ ਹੈ ਅਸੀਂ ਉਹਨੂੰ ਪ੍ਰਮੋਟ ਕਰਦੇ ਹਾਂ ਤੇ ਉੱਥੋਂ ਹੀ ਅਸੀਂ ਆਪਣਾ ਸਮਾਨ ਵੀ ਪ੍ਰਮੋਟ ਕਰ ਰਹੇ ਹਾਂ ਜਿਹੜਾ ਕਿ ਹੈਗਾ ਹੈਂਡਮੇਡ. ਜਿਵੇਂ ਤੁਸੀਂ ਦੇਖ ਸਕਦੇ ਹੋ ਥਾਲ ਹੋ ਗਏ, ਪੀੜੀਆਂ ਹੋ ਗਈਆਂ, ਜੁੱਤੀ ਹੋ ਗਈ ਪੰਜਾਬੀ ਜੁੱਤੀ ਤੇ ਜਿਵੇਂ ਲੈਪ ਕਵਰਸ ਹੈਗੇ ਕਿ ਤਾਂ ਕਿ ਅਸੀਂ ਆਪਣੀ ਜਿਹੜੇ ਰੂਟਸ ਹੈਗੇ ਆ ਪੰਜਾਬ ਨੂੰ ਉਹਨੂੰ ਵੀ ਇੱਥੇ ਲੈ ਕੇ ਆ ਸਕੇ. ਮੈਂ ਬੜਾ ਮਾਣ ਕਰਦੀ ਹਾਂ ਕਿ ਮੈਂ ਇਸ ਹਿੱਸਾ ਲਾ ਸਕਦੀ ਹਾਂ ਦੂਜੇ ਬ੍ਰਾਈਡਲ ਫੈਸ਼ਨ ਵੀਕ ਦੇ ਨਾਲ ਤੇ ਮੇਰੀ ਜਿਹੜੀ ਸਪੈਸ਼ਲਟੀ ਹੈ ਮੈਂ ਡਿਜ਼ਾਈਨਰ ਦੁਪੱਟੇ ਬਣਾਉਂਦੀ ਹਾਂ ਔਰ ਇਹਨਾਂ ਦੀ ਕੀ ਸਪੈਸ਼ਲਟੀ ਹੈ ਕਿ ਸਿਰਫ ਇੱਕੋ ਹੀ ਬਣਦਾ ਆ. ਸੋ ਜੋ ਹੈਗਾ ਆ ਉਹ ਹੋਰ ਕਿਸੇ ਕੋ ਕਦੇ ਨਹੀਂ ਹੋਣਾ. ਮੈਂ ਪਹਿਲਾਂ ਵੀ ਇਹਨਾਂ ਦੇ ਨਾਲ ਹਿੱਸਾ ਲਿਆ ਸੀ ਦੋ ਵਾਰੀ, ਮੇਰੇ ਤੀਜੀ ਵਾਰੀ ਆ ਤਾਂ ਬਹੁਤ ਚੰਗਾ ਲੱਗਦਾ ਮੁੜ ਕੇ ਆ ਕੇ ਕਿ ਅਸੀਂ ਹਿੱਸਾ ਲਾ ਸਕਦੇ ਇਹਨਾਂ ਦੇ ਨਾਲ. Tell more about your product and what do you bring up here? I've been in the dental industry for about 16 years now, and when I came across this product I was told that it is sensitivity free. So by doing that I tried it on myself because I have really sensitive teeth myself, and then I started doing it on my clients and it just boom, because it's so much than just whitening your teeth. It doesn't cause any sensitivity with this product. I do have a take home kit and you can whiten your teeth up to 6 to 8 times with one kit without it causing any sensitivity to your enamel or your gums. How do you feel like bridal fashion week da hissa ban? I'd say really good, especially after everything that was going on with COVID. There was mask mandate and all that. A lot of stuff was cancelled, especially with modeling. It's hard to get new things with COVID, obviously, and now that everything is getting better and mandates are lifting, it was definitely a great experience. I had such a great time, especially with Armand DBG and Bridal Fashion Week. कितना टाइम हो गया इंडिया से? अभी फर्स्ट वीक ही हुआ है अभी. हाँ. वेलकम टू कनाडा. पहले थैंक यू. तो कैसा लग रहा है ब्राइडल फैशन वीक में आप लोग आए हो? ब्राइडल फैशन वीक देखकर बहुत ही मज़ा आया. हाँ, बहुत बढ़िया, बहुत खूबसूरत. ਜੈ ਪ੍ਰਵੇਸ਼ ਵੱਲੋਂ ਬ੍ਰਾਈਡਲ ਫੈਸ਼ਨ ਵੀਕ ਦਾ ਅੱਜ ਪਹਿਲਾ ਦਿਨ ਸਰੀ ਵਿਖੇ ਕਾਫੀ ਸਕਸੈਸਫੁਲ ਤੇ ਕਾਫੀ ਖੂਬਸੂਰਤੀ ਨਾਲ ਗਿਆ ਤੇ ਅੱਗੇ ਆਉਣ ਵਾਲੇ ਜਿਹੜੇ 2 ਸੰਡੇਜ਼ ਨੇ ਯਾਨੀ 19th ਮਾਰਚ ਨੂੰ ਵੈਂਕੂਵਰ ਤੇ 27th ਮਾਰਚ ਨੂੰ ਲਾਸ ਐਂਜਲਸ ਵਿੱਚ ਇਹ ਸੇਮ ਇਵੈਂਟ ਬ੍ਰਾਈਡਲ ਫੈਸ਼ਨ ਵੀਕ ਜਿਹੜਾ ਉਹ ਹੋਣ ਵਾਲਾ ਹੈ ਤੇ ਹੋਰ ਡਿਟੇਲਸ ਦੇ ਲਈ ਤੁਸੀਂ ਇਹਨਾਂ ਦੇ ਫੇਸਬੁੱਕ ਤੇ ਜਾਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੇ ਅਸੀਂ ਵੀ ਉਮੀਦ ਕਰਦੇ ਅੱਗੇ ਪੈਂਡੇਮਿਕ ਦਾ ਜਿਹੜਾ ਸਮਾਂ ਹੈ ਉਹ ਜਿਹੜਾ ਹੈ ਉਹ ਕੱਟ ਹੋਵੇ ਤੇ ਵੈਡਿੰਗ ਸੀਜ਼ਨ ਜਿਹੜਾ ਹੈ ਉਹ ਔਨ ਰਵੇ। कैमरा पर्सन श्याम शर्मा के नाल हरसिमरत कौर PTC सरी। सो NRI वर्ल्ड विच ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।